ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾਸ ਸੰਤ ਮਹਾਂਪੁਰਖ ਬਾਬਾ ਮਹਾਂ ਹਰਨਾਮ ਸਿੰਘ ਜੀ ਦੀ ਚੱਲ ਰਹੀ ਲੜੀਵਾਰ ਪ੍ਰਸੰਗ ਕਥਾ ਦੇ ਤਹਿਤ ਉਹਨਾਂ ਦੇ ਅਗਲੇ ਜੀਵਨ ਦਰਸ਼ਨਾਂ ਦੀ ਜੋ ਕੜੀ ਆ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਇੱਕ ਨਾ ਭਾਈ ਬਿਸ਼ਨ ਸਿੰਘ ਜੀ ਹੋਏ ਆ। ਇਹ ਜਿਹੜੇ ਭਾਈ ਬਿਸ਼ਨ ਸਿੰਘ ਸੀਗੇ ਇਹ ਡਰੋਲੀ ਭਾਈ ਦੇ ਪਿੰਡ ਦੇ ਸੀਗੇ। ਇਹਨਾਂ ਨੂੰ ਨਾ ਇੱਕ ਵਾਰ ਅਸਾਧ ਰੋਗ ਜਿਹੜਾ ਸੀ ਉਹ ਲੱਗ ਗਿਆ। ਅਸਾਧ ਰੋਗ ਤੋਂ ਭਾਵ ਇਹ ਆ ਕਿ ਇਹਨਾਂ ਨੂੰ ਇੱਕ ਬਾਹਰਲੀ ਬੜੀ ਭਾਰੀ ਕਸਰ ਹੋ ਗਈ। ਕਿਸੇ ਬੜੇ ਭਿਆਨਕ ਪ੍ਰੇਤ ਨੇ ਇਹਨਾਂ ਨੂੰ ਪਕੜ ਲਿਆ ਸੀਗਾ। ਜਦੋਂ ਇਹਨਾਂ ਨੂੰ ਉਸ ਪ੍ਰੇਤ ਦਾ ਦੌਰਾ ਪੈਂਦਾ ਸੀਗਾ, ਉਸ ਟਾਈਮ ਇਹ ਜਿਹੜੀਆਂ ਸੀਗੀਆਂ ਬੜੀਆਂ ਗੰਭੀਰ ਹਰਕਤਾਂ ਕਰਦੇ ਸੀ, ਬੇਕਾਬੂ ਹੋ ਜਾਂਦੇ ਸੀ, ਘਰਦਿਆਂ ਤੋਂ ਬਾਹਰ ਭੱਜਣ ਲੱਗ ਪੈਂਦੇ ਸੀਗੇ, ਨੱਚਣ ਟੱਪਣ ਲੱਗ ਪੈਂਦੇ ਸੀ, ਰੌਲਾ ਪਾਉਣ ਲੱਗ ਪੈਂਦੇ ਸੀਗੇ। ਅਤੇ ਕਈ ਵਾਰ ਇਹੋ ਜਿਹੀਆਂ ਹਰਕਤਾਂ ਵੀ ਕਰਦੇ ਸੀਗੇ ਕਿ ਘਰ ਦੇ ਤਾਂ ਆਲੇ ਦੁਆਲੇ ਦੇ ਜਿਹੜੇ ਪਿੰਡ ਦੇ ਲੋਕ ਸੀਗੇ ਦੇਖ ਕੇ ਹੈਰਾਨ ਹੋ ਜਾਂਦੇ ਸੀਗੇ। ਇਹ ਜਿਹੜੇ ਬਿਸ਼ਨ ਸਿੰਘ ਸੀਗੇ ਇਹ ਕਰਦੇ ਹੁੰਦੇ ਸੀਗੇ, ਜਦੋਂ ਦੌਰਾ ਪੈਂਦਾ ਸੀਗਾ ਖੂਹ ਦੇ ਵਿੱਚ ਇਹਨੇ ਛਾਲ ਮਾਰ ਦੇਣੀ ਅਤੇ ਖੂਹ ਦੇ ਅੱਧ ਦੇ ਵਿੱਚ ਜਾ ਕੇ ਬਿਨਾਂ ਸਹਾਰੇ ਤੋਂ ਖੜ੍ਹੇ ਹੋ ਜਾਣਾ। ਫਿਰ ਕਈ ਵਾਰੀ ਬਿਨਾਂ ਸਹਾਰੇ ਤੋਂ ਖੂਹ ਦੇ ਵਿੱਚ ਹੀ ਲੰਮੇ ਵੀ ਪੈ ਜਾਣਾ। ਕਈ ਵਾਰੀ ਦਰੱਖਤਾਂ 'ਤੇ ਚੜ੍ਹ ਜਾਣਾ ਅਤੇ ਛੋਟੀ ਤੋਂ ਛੋਟੀ ਟਾਹਣੀ ਜਿਹੜੀ ਸੀ ਉਹ ਵੀ ਝੁਕਦੀ ਨਹੀਂ ਸੀ ਹੁੰਦੀ। ਇਸ ਤਰ੍ਹਾਂ ਦੀ ਇਹਨਾਂ ਦੀ ਜਿਹੜੀਆਂ ਹਰਕਤਾਂ ਸੀਗੀਆਂ ਹੁੰਦੀਆਂ ਸੀ, ਜਿਸ ਕਰਕੇ ਇਹਨਾਂ ਦੇ ਘਰ ਦੇ ਜਿਹੜੇ ਸੀ ਨਾ ਉਹ ਬਹੁਤ ਜ਼ਿਆਦਾ ਪਰੇਸ਼ਾਨ ਸੀ। ਇੱਥੇ ਹੈ ਨਾ ਡਰੋਲੀ ਭਾਈ ਦੇ ਇੱਕ ਭਾਈ ਜੋਗਿੰਦਰ ਸਿੰਘ ਆ, ਉਹ ਵੀ ਮਹਾਂਪੁਰਖੋਂ ਦੱਸਦੇ ਸੀਗੇ ਵੀ ਇਹ ਵੀ ਮੇਰੇ ਅੱਖਾਂ ਦੇਖਣ ਦੀ ਘਟਨਾ ਇਹ ਹੈਗੀ ਆ ਕਿ ਇਹਨਾਂ ਦੀ ਇੱਕ ਰਿਸ਼ਤੇਦਾਰੀ ਪਿੰਡ ਸਭਰਾਲਾ ਜਿਹੜਾ ਤਹਿਸੀਲ ਪੱਟੀ 'ਚ ਪੈਂਦਾ, ਜ਼ਿਲ੍ਹਾ ਅੰਮ੍ਰਿਤਸਰ ਹੈਗਾ। ਕਹਿੰਦੇ ਇਸ ਰਿਸ਼ਤੇਦਾਰੀ ਵਿੱਚ ਅਤੇ ਇਹਨਾਂ ਦੇ ਪਿੰਡ ਦਾ ਆਪਸ ਵਿੱਚ ਇਹਨਾਂ ਦਾ ਜਿਹੜਾ ਸੀਗਾ ਉਹ ਕਾਰਨ ਬਣਦਾ ਸੀਗਾ ਕਿ ਜਦ ਵੀ ਕੋਈ ਤਿਉਹਾਰ ਹੁੰਦਾ, ਅਗਰ ਇੱਥੇ ਡਰੋਲੀ ਭਾਈ ਦੇ ਪਿੰਡ ਇਹਨਾਂ ਦੇ ਘਰ ਦੇ ਵਿੱਚ ਜੇ ਕੋਈ ਘਰ ਦੇ ਕਿਸੇ ਤਿਉਹਾਰ ਜਿਵੇਂ ਦੀਵਾਲੀ ਆ ਜਾਂ ਕੋਈ ਹੋਰ ਆ, ਘਰ ਦੇ ਵਿੱਚ ਖੀਰ ਬਣਾਉਂਦੇ, ਪ੍ਰਸ਼ਾਦ ਬਣਾਉਂਦੇ ਜਾਂ ਮਠਿਆਈ ਬਣਾਉਂਦੇ, ਇਹ ਸਾਰਾ ਸਮਾਨ ਜਿਹੜਾ ਖੀਰ ਪ੍ਰਸ਼ਾਦ ਜਿਹੜੀ ਮਠਿਆਈ ਆ ਇਹ ਸਭਰਾਲਾ ਪਿੰਡ ਆਪਣੇ ਆਪ ਪਹੁੰਚ ਜਾਂਦੀ ਸੀ। ਅਤੇ ਇਸੇ ਤਰ੍ਹਾਂ ਜੇ ਸਭਰਾਲਾ ਪਿੰਡ ਵਾਲੇ ਕੋਈ ਤਿਉਹਾਰ ਦੇ ਉੱਤੇ ਕੋਈ ਮਠਿਆਈ ਖੀਰ ਪ੍ਰਸ਼ਾਦ ਕੋਈ ਚੀਜ਼ ਬਣਾਉਂਦੇ ਅਤੇ ਇਹਨਾਂ ਦੇ ਘਰ ਡਰੋਲੀ ਘਰ ਪਹੁੰਚ ਜਾਂਦੀ ਸੀ। ਉਹ ਜਿਹੜੀ ਸਾਰੀ ਕਿਰਿਆ ਸੀਗੀ ਇਹ ਇੱਕ ਬੜੀ ਸ਼ਕਤੀਸ਼ਾਲੀ ਆਤਮਾ ਪ੍ਰੇਤ ਸੀਗੀ ਉਹ ਕਰਦੀ ਹੁੰਦੀ ਸੀਗੀ। ਇਸ ਕਰਕੇ ਹੈ ਨਾ ਇਹ ਜਿਹੜਾ ਪਰਿਵਾਰ ਸੀਗਾ ਇਸ ਤੋਂ ਬੜਾ ਚਿੰਤਤ ਸੀਗਾ। ਦੱਸਦੇ ਆ ਕਿ ਕਿਸੇ ਨੇ ਫਿਰ ਇਹਨਾਂ ਦੇ ਪਰਿਵਾਰ ਨੂੰ ਇਹ ਦੱਸਿਆ ਵੀ ਤੁਸੀਂ ਪੁੱਛੇ ਚਲੇ ਜਾਓ, ਉੱਥੇ ਹੈ ਨਾ ਸੰਤ ਮਹਾਂਪੁਰਖ ਬਾਬਾ ਹਰਨਾਮ ਸਿੰਘ ਜੀ ਆ, ਤੁਸੀਂ ਉਹਨਾਂ ਦੇ ਨਾਲ ਇਹਨਾਂ ਦੀ ਗੱਲ ਸਾਂਝੀ ਕਰੋ। ਪਰ ਉਸ ਸਿੱਖ ਨੇ ਇਹ ਵੀ ਦੱਸਿਆ ਸੀ, ਮਹਾਂਪੁਰਖਾਂ ਦੇ ਸੇਵਕ ਸੀਗੇ ਸੰਤ ਭੁੱਚੋ ਵਾਲੇ ਮਹਾਂਪੁਰਖਾਂ ਦੇ, ਉਹਨਾਂ ਨੇ ਇਹ ਵੀ ਦੱਸਿਆ ਸੀਗਾ ਕਿ ਬਿਸ਼ਨ ਸਿੰਘ ਨੇ ਉੱਦਾਂ ਨਹੀਂ ਜਾਣਾ ਕਿਉਂਕਿ ਪ੍ਰੇਤ ਆਤਮਾ ਪੂਰੀ ਤਰ੍ਹਾਂ ਉਹਨੂੰ ਕਾਬੂ ਕਰ ਚੁੱਕੀ ਆ। ਅਤੇ ਅਗਰ ਤੁਸੀਂ ਹੈ ਨਾ ਭੁੱਚੋ ਜਾਣਾ ਹੈਗਾ ਤਾਂ ਕਰੋ, ਅਰਦਾਸ ਕਰਕੇ ਤੁਰਿਓ। ਅਰਦਾਸ ਕਰਕੇ ਤੁਰੋਗੇ ਅਤੇ ਇਹ ਲੜਕਾ ਜਿਹੜਾ ਤੁਹਾਡਾ ਬਿਸ਼ਨ ਸਿੰਘ ਆ ਇਹ ਆਪਣੇ ਆਪ ਤੁਰ ਪਊਗਾ, ਬਿਨਾਂ ਅਰਦਾਸ ਤੋਂ ਇਹਨੇ ਤੁਰਨਾ ਨਹੀਂ ਆ। ਦੱਸਦੇ ਫਿਰ ਸਾਰੇ ਪਰਿਵਾਰ ਨੇ ਜਦੋਂ ਮਹਾਂਪੁਰਖਾਂ ਦੇ ਚਰਨਾਂ 'ਚ ਅਰਦਾਸ ਕੀਤੀ ਤੁਰੇ ਆ, ਗੱਡੀ 'ਚ ਬੈਠੇ ਆ, ਪਰ ਇਹ ਲੜਕਾ ਕੁਛ ਨਹੀਂ ਬੋਲਿਆ। ਉਦੋਂ ਚੁੱਪ ਚਾਪ ਗੱਡੀ ਦੇ ਵਿੱਚ ਬੈਠ ਗਿਆ। ਗੱਡੀ 'ਚ ਬੈਠ ਕੇ ਸਾਰਾ ਪਰਿਵਾਰ ਜਿਹੜਾ ਸੀਗਾ ਇਹ ਭੁੱਚੋ ਜਿਹੜਾ ਸੀਗਾ ਮਹਾਂਪੁਰਖਾਂ ਦੇ ਟਿੱਲੇ ਦੇ ਪਾਸ ਪਹੁੰਚ ਗਿਆ। ਜਦੋਂ ਇਹ ਬਿਸ਼ਨ ਸਿੰਘ ਟਿੱਲੇ ਦੇ ਕੋਲ ਆਇਆ, ਮਹਾਂਪੁਰਖਾਂ ਦੇ ਪਾਸ ਕੁਝ ਸੇਵਕ ਬੈਠੇ ਸੀ। ਬਾਬਾ ਹਰਨਾਮ ਸਿੰਘ ਆਪਣੇ ਸੇਵਕਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਵੀ ਛੇਤੀ ਨਾਲ ਇੱਦਾਂ ਕਰੋ, ਜਿਹੜੀ ਸ਼ਰ੍ਹਾ ਦੀ ਲਕੀਰ ਵਾ ਨਾ, ਸ਼ਰ੍ਹਾ ਦੀ ਲਕੀਰ ਤੋਂ ਸਾਰੇ ਹੈ ਨਾ ਬਾਹਰ ਹੋ ਕੇ ਬੈਠ ਜਾਓ, ਕਿਉਂਕਿ ਇੱਕ ਬੜਾ ਭਾਰੀ ਸ਼ਕਤੀਸ਼ਾਲੀ ਪ੍ਰੇਤ ਜਿਹੜਾ ਹੈਗਾ ਉਹ ਕਹਿੰਦੇ ਸਾਡੇ ਟਿੱਲੇ 'ਤੇ ਆ ਰਿਹਾ ਹੈਗਾ। ਜਦ ਇੰਨੀ ਗੱਲ ਹੋਈ ਤਾਂ ਸੰਗਤਾਂ ਜਿਹੜੀਆਂ ਸੀ ਉਹ ਫਟਾਫਟ ਉੱਠ ਕੇ ਸ਼ਰ੍ਹਾ ਤੋਂ ਬਾਹਰ ਜਿਹੜੀ ਲਕੀਰ ਸੀ ਉੱਧਰ ਚਲੀਆਂ ਗਈਆਂ। ਅਤੇ ਇਹ ਜਿਹੜਾ ਪਰਿਵਾਰ ਸੀਗਾ ਬਿਸ਼ਨ ਸਿੰਘ ਦਾ ਇਹ ਮਹਾਂਪੁਰਖਾਂ ਦੇ ਟਿੱਲੇ 'ਤੇ ਆਇਆ। ਜਦ ਆਇਆ ਅਤੇ ਜਿੱਥੇ ਸ਼ਰ੍ਹਾ ਦੀ ਲਕੀਰ ਸੀਗੀ ਇਹ ਬਿਸ਼ਨ ਸਿੰਘ ਨਾ ਲਕੀਰ ਨੂੰ ਦੇਖ ਕੇ ਯਕਦਮ ਠੰਬਰ ਗਿਆ, ਬਾਹਰ ਖੜ੍ਹਾ ਹੋ ਗਿਆ। ਪਰ ਬਾਕੀ ਪਰਿਵਾਰ ਜਿਹੜਾ ਸੀਗਾ ਉਹ ਸੇਵਾਦਾਰ ਜਿਹੜੇ ਸੀ ਉਹਨਾਂ ਦੇ ਕੋਲ ਚੱਲ ਗਿਆ ਅਤੇ ਉਹਨਾਂ ਤੋਂ ਆਗਿਆ ਲੈ ਕੇ ਮਹਾਂਪੁਰਖਾਂ ਦੇ ਪਾਸ ਉੱਪਰ ਟਿੱਲੇ 'ਤੇ ਚੜ੍ਹ ਗਿਆ। ਜਾਂ ਚੜ੍ਹਿਆ ਹੈਗਾ ਅਤੇ ਆਹ ਜਿਹੜਾ ਲੜਕਾ ਬਿਸ਼ਨ ਸਿੰਘ ਸੀਗਾ ਇਹ ਸ਼ਰ੍ਹਾ ਦੀ ਲਕੀਰ ਤੋਂ ਬੜ ਖਰਾ ਸੀ। ਇਹਨੇ ਨੱਚਣਾ ਟੱਪਣਾ ਸ਼ੁਰੂ ਕਰ ਦਿੱਤਾ, ਬੜਾ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਪਰ ਮਹਾਂਪੁਰਖ ਜਿਹੜੇ ਸੀਗੇ ਉਹਨਾਂ ਦੇ ਪਰਿਵਾਰ ਨੂੰ ਕਹਿਣ ਲੱਗੇ, ਕਹਿੰਦੇ ਭਾਈ ਜੋ ਕਰਦਾ ਕਰ ਲੈਣ ਦਿਓ, ਇਹ ਹੁਣ ਇੱਥੋਂ ਭੱਜੂਗਾ ਨਹੀਂ ਕਿਉਂਕਿ ਅਸੀਂ ਇਹਨੂੰ ਇਸ ਜਗ੍ਹਾ ਦੇ ਉੱਤੇ ਬੰਨ੍ਹ ਦਿੱਤਾ ਹੈਗਾ, ਇਹਨੇ ਜੋ ਕਰਨਾ ਇੱਥੇ ਹੀ ਕਰਨਾ ਹੈ। ਇਸ ਬਿਸ਼ਨ ਸਿੰਘ ਨੇ ਬੜਾ ਖੌਰੂ ਪਾਇਆ ਉਸ ਸ਼ਰ੍ਹਾ ਦੀ ਲਕੀਰ ਤੋਂ ਬਾਅਦ। ਖੌਰੂ ਪਾਉਂਦਾ ਪਾਉਂਦਾ ਅਖੀਰ ਫਿਰ ਚੁੱਪ ਕਰ ਗਿਆ। ਫਿਰ ਇੱਧਰ ਬਾਬਾ ਹਰਨਾਮ ਸੋਹਣਾ ਨੇ ਆਪਣੀਆਂ ਜਿਹੜੀਆਂ ਦੋਨੇ ਬੀਣੀਆਂ ਸੀਗੀਆਂ, ਦੋਨੇ ਬੀਣੀਆਂ ਨੂੰ ਹੱਥਾਂ ਦੇ ਵਿੱਚ ਫੜ ਕੇ ਇੱਕ ਮਰੋੜਾ ਚਾੜਿਆ ਅਤੇ ਨਾਲ ਕਚੀਚੀ ਵੱਟ ਕੇ ਉੱਚੀ ਦੇਣੀ ਕਹਿਣ ਲੱਗੇ, ਕਹਿੰਦੇ ਲੈ ਵੀ ਪ੍ਰੇਤਾ ਜੋ ਤੂੰ ਜ਼ੋਰ ਲਾਉਣਾ ਸੀ ਲਾ ਲਿਆ, ਹੁਣ ਅਸੀਂ ਤੈਨੂੰ ਫੜਨ ਲੱਗੇ ਹਾਂ। ਜਦ ਇੰਨੀ ਗੱਲ ਕਹਿਣ ਦੀ ਢੇਰ ਸੀਗੀ
ਤਾਂ ਮਹਾਂਪੁਰਖਾਂ ਨੇ ਜਦ ਨਾਲ ਹੀ ਜਿਹੜੀਆਂ 2 ਬਾਹਾਂ ਫੜ ਕੇ ਇੱਕ ਚੀਚੀ ਵੱਟ ਕੇ ਨਾਲ ਹੀ ਖੋਲ੍ਹ ਕੇ ਤਾੜੀ ਮਾਰੀ ਤਾਂ ਉਹ ਲੜਕਾ ਬਿਸ਼ਨ ਸਿੰਘ ਜਿਹੜਾ ਸ਼ਰ੍ਹਾ ਦੇ ਬਾਹਰ ਖੜਾ ਸੀਗਾ ਉਹ ਯਕਦਮ ਥੱਲੇ ਬੜੇ ਜ਼ੋਰ ਨਾਲ ਜ਼ਮੀਨ 'ਤੇ ਡਿੱਗਿਆ। ਉਹਦਾ ਖੜਕਾ ਜਿਹੜਾ ਸੀਗਾ ਜ਼ਰੂਰ ਸੁਣਿਆ ਅਤੇ ਨਾਲ ਧੂੜ ਵੀ ਉੱਭਰੀ ਸੀਗੀ। ਇਸ ਤਰ੍ਹਾਂ ਲੱਗਾ ਸੀਗਾ ਜਿਵੇਂ ਕੋਈ ਧੋਬੀ ਜਿਹੜਾ ਨਾ ਕੱਪੜੇ ਨੂੰ ਧੋਣ ਲੱਗਾ ਇੱਕ ਪਟਕਾ ਮਾਰਦਾ ਹੈਗਾ। ਉਸ ਤੋਂ ਬਾਅਦ ਬਿਸ਼ਨ ਸਿੰਘ 2 ਘੰਟੇ ਉੱਥੇ ਬਾਹਰ ਲੰਮਾ ਪਿਆ ਰਿਹਾ। ਜਦ ਬਾਹਰ ਲੰਮਾ ਪਿਆ ਰਿਹਾ ਫਿਰ ਮਹਾਂਪੁਰਖਾਂ ਨੇ ਦੇ ਪਰਿਵਾਰ ਦਾ ਇੱਕ ਜੀ ਜਿਹੜਾ ਸੀ ਥੱਲੇ ਭੇਜਿਆ। ਕਹਿੰਦੇ ਭਾਈ ਹੁਣ ਸਭ ਸ਼ੁੱਧ ਆ, ਬਿਸ਼ਨ ਸਿੰਘ ਨੂੰ ਚੱਕ ਕੇ ਉੱਪਰ ਲੈ ਆਓ। ਜਦ ਬਿਸ਼ਨ ਸਿੰਘ ਨੂੰ ਚੱਕ ਕੇ ਉਹਨਾਂ ਦੇ ਪਰਿਵਾਰ ਨੇ ਮਹਾਂਪੁਰਖਾਂ ਦੇ ਪਾਸ ਲਿਆਂਦਾ ਅਤੇ ਇਹ ਬਿਲਕੁਲ ਸੁਰਤ ਦੇ ਵਿੱਚ ਆ ਗਿਆ। ਇਹਨੇ ਬਾਬਾ ਮਹਾਰ ਨਾਮ ਸੁਣਾ ਨੂੰ ਆ ਕੇ ਮੱਥਾ ਟੇਕਿਆ ਅਤੇ ਬਾਬਾ ਮਹਾਰ ਨਾਮ ਸੁਣਾ ਨੇ ਫਿਰ ਜਿਹੜਾ ਸੀਗਾ ਇਸ ਦੇ ਉੱਤੇ ਕਿਰਪਾ ਕਰਕੇ ਇਹਨੂੰ ਕਹਿ ਤਾ, ਕਹਿੰਦੇ ਭਾਈ ਹੁਣ ਦੱਸ ਤੇਰਾ ਕੀ ਹਾਲ ਆ। ਜਦ ਮਹਾਂਪੁਰਖ ਇੰਨੀ ਗੱਲ ਹੋਈ ਆ ਤਾਂ ਫਿਰ ਬਿਸ਼ਨ ਸਿੰਘ ਕਹਿਣ ਲੱਗੇ, ਕਹਿੰਦੇ ਮਹਾਂਪੁਰਖ ਮੈਨੂੰ ਪਤਾ ਹੀ ਨਹੀਂ ਮੈਨੂੰ ਕੀ ਹੋ ਜਾਂਦਾ ਹੈਗਾ। ਜਦ ਇਹ ਗੱਲ ਹੋਈ ਸੀ ਤਾਂ ਬਾਬਾ ਜੀ ਕਹਿਣ ਲੱਗੇ ਜੋ ਹੋਣਾ ਸੀ ਹੋ ਗਿਆ, ਹੁਣ ਤੁਸੀਂ ਸਾਰਾ ਪਰਿਵਾਰ ਲੰਗਰ ਛਕ ਲਓ। ਲੰਗਰ ਛਕ ਕੇ ਫਿਰ ਜਿਹੜਾ ਸਾਰਾ ਪਰਿਵਾਰ ਸੀਗਾ ਇਹ ਫਿਰ ਆਪਣੇ ਘਰਾਂ ਨੂੰ ਜਿਹੜਾ ਸੀ ਵਾਪਸ ਮੁੜਿਆ ਸੀਗਾ। ਇਸੇ ਤਰ੍ਹਾਂ ਜਦੋਂ ਮਹਾਂਪੁਰਖ ਰੋਮੀ ਅਸਥਾਨ 'ਤੇ ਰਹਿੰਦੇ ਸੀਗੇ ਉਸ ਟਾਈਮ ਸੰਤ ਬਿਹਾਲ ਸਿੰਘ ਜੀ ਸੇਵਾ ਕਰਦੇ ਹੁੰਦੇ ਸੀ। ਉਹਨਾਂ ਟਾਈਮਾਂ ਦੇ ਵਿੱਚ ਇੱਕ ਸਾਧ ਮੰਡਲੀ ਆਈ ਸੀ ਅਤੇ ਉਸ ਸਾਧ ਮੰਡਲੀ ਦੇ ਵਿੱਚ ਇੱਕ ਸਾਧ ਜਿਨ੍ਹਾਂ ਦਾ ਨਾਮ ਸੰਪੂਰਨ ਦਾਸ ਸੀਗੇ ਉਹ ਵੀ ਇਸ ਮੰਡਲੀ ਸ਼ਾਮਲ ਸੀ। ਜਦ ਇਹ ਮਹਾਂਪੁਰਖਾਂ ਦੇ ਪਾਸ ਆਏ ਸੀਗੇ ਬਾਬਾ ਜੀ ਨੇ ਇਹਨਾਂ ਨੂੰ ਬਰਤਨ ਵਿੱਚ ਦੁੱਧ ਛਕਾਇਆ ਸੀਗਾ। ਇਹ ਸਾਰੀ ਮੰਡਲੀ ਨੇ ਦੁੱਧ ਪੀਤਾ ਸੀਗਾ ਪਰ ਜਿਹੜਾ ਬਰਤਨ ਸੀ ਫਿਰ ਵੀ ਉਹ ਭਰਿਆ ਦਾ ਭਰਿਆ ਰਿਹਾ ਸੀ। ਇਹ ਸਾਰਾ ਮੰਡਲੀ ਨੇ ਦੇਖ ਕੇ ਬੜੀ ਅਚਰਜਤਾ ਜਗਾਈ ਸੀ ਅਤੇ ਪਰ ਸੰਪੂਰਨ ਸਿੰਘ ਜਿਹੜੇ ਇਸ ਮੰਡਲੀ ਵਿੱਚ ਸਾਧੂ ਸੀ ਉਹਨਾਂ ਦੇ ਮਨ ਦੇ ਵਿੱਚ ਇੱਛਾ ਫੁਰਨਾ ਜਾਗਿਆ ਸੀਗਾ ਕਿ ਅਗਰ ਮੈਨੂੰ ਸਮਾਂ ਮਿਲਿਆ ਤਾਂ ਮੈਂ ਮਹਾਂਪੁਰਖਾਂ ਦੀ ਸੇਵਾ ਕਰੂੰਗਾ। ਅਤੇ ਉਹਨਾਂ ਨੇ ਆਪਣੀ ਜਿਹੜੀ ਇੱਛਾ ਸੀ ਬਾਬਾ ਮਹਾਰ ਨਾਮ ਸੁਣਾ ਨਾਲ ਸਾਂਝੀ ਵੀ ਕੀਤੀ ਸੀ। ਫਿਰ ਬਾਬਾ ਜੀ ਨੇ ਕਿਹਾ ਕਿ ਫਿਲਹਾਲ ਸਾਡੇ ਪਾਸ ਅਜੇ ਬਹੁਤ ਸੇਵਕ ਵਾ, ਹਾਂ ਜਦੋਂ ਸਮਾਂ ਆਊਗਾ ਅਸੀਂ ਤੈਨੂੰ ਆਪਣੇ ਪਾਸ ਬੁਲਾ ਲਵਾਂਗੇ। ਸੋ ਇਹ ਜਿਹੜਾ ਸੀ ਸੰਪੂਰਨ ਸਿੰਘ ਫਿਰ ਵਾਪਸ ਆਪਣੀ ਮੰਡਲ ਦੀ ਵਿੱਚ ਜਿਹੜਾ ਸੀ ਵਾਪਸ ਉੱਥੋਂ ਚਲਾ ਗਿਆ ਸੀਗਾ। ਪਰ ਕਾਫੀ ਸਾਲਾਂ ਬਾਅਦ ਬਾਬਾ ਮਹਾਰ ਨਾਮ ਸੁਣਾ ਨੇ ਹੈ ਨਾ ਸੰਤ ਬਹਾਲ ਦਾਸ ਜੀ ਨੂੰ ਆਪਣੇ ਪਾਸ ਬੁਲਾਇਆ ਅਤੇ ਇਹ ਘਟਨਾ ਯਾਦ ਕਰਾਈ ਕਿ ਰੂਮੀ ਦੇ ਵਿੱਚ ਜਦੋਂ ਤੁਸੀਂ ਸਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਸੀਗੇ ਉਸ ਟਾਈਮ ਸੰਪੂਰਨ ਦਾਸ ਨਾਂ ਦੇ ਇੱਕ ਸਾਧੂ ਆਪਣੇ ਪਾਸ ਆਏ ਸੀ। ਆਪਾਂ ਉਹਨਾਂ ਨਾਲ ਬਚਨ ਕੀਤਾ ਸੀਗਾ। ਹੁਣ ਉਹ ਜਿਹੜੇ ਸਾਧੂ ਉਹ ਆਪਣੇ ਪਾਸ ਆ ਰਹੇ ਆ ਅਤੇ ਸੰਤ ਬਿਹਾਲ ਦਾਸ ਉਹਨਾਂ ਨੂੰ ਮਹਾਂਪੁਰਖਾਂ ਨੇ ਦੱਸਿਆ ਸੀਗਾ, ਕਹਿੰਦੇ ਵੀ ਇਹ ਜਿਹੜੇ ਸੰਪੂਰਨ ਦਾਸ ਵਾ ਨਾ ਇਹ ਤੇਰੇ ਪਿਛਲੇ ਜਨਮ ਦੇ ਸੰਤ ਬਿਹਾਲ ਦਾਸ ਨੂੰ ਕਿਹਾ ਸੀਗਾ ਕਿ ਤੇਰੇ ਵੱਡੇ ਭਰਾਤਾ ਹੈਗੇ। ਫਿਰ ਦੇਖੋ ਜਦੋਂ ਸੰਤ ਸੰਪੂਰਨ ਦਾਸ ਜੀ ਆਏ ਮਹਾਂਪੁਰਖਾਂ ਦੇ ਪਾਸ ਇਹਨਾਂ ਨੇ 10 ਸਾਲ ਸੇਵਾ ਕੀਤੀ ਆ। ਜਦ 10 ਸਾਲ ਸੇਵਾ ਕੀਤੀ ਆ 10 ਸਾਲਾਂ ਦੀ ਸੇਵਾ ਤੋਂ ਬਾਅਦ ਫਿਰ ਬਾਬਾ ਮਹਾਰ ਨਾਮ ਸੁਣਾ ਨੇ ਇਹਨਾਂ ਨੂੰ ਆਪਣੇ ਪਾਸ ਬੁਲਾਇਆ। ਇਹਨਾਂ ਨੂੰ ਕਹਿਣ ਲੱਗੇ, ਕਹਿੰਦੇ ਭਾਈ ਤੇਰੀ ਸਾਰੀ ਸੇਵਾ ਘਾਲ ਜਿਹੜੀ ਆ ਪੂਰੀ ਹੋਈ ਆ, ਹਾਂ ਕੋਈ ਇੱਛਾ ਹੈਗੀ ਤਾਂ ਮੰਗ ਲਓ। ਜਦ ਇੰਨੀ ਗੱਲ ਹੋਈ ਸੀ ਅਤੇ ਇਹਨੇ ਕਿਹਾ ਸੀ ਮਹਾਂਪੁਰਖ ਆਪਦੀ ਸੇਵਾ ਕਰਦਿਆਂ ਜਿਹੜੀ ਸੀ ਮੇਰੇ ਪਾਸ ਹੁਣ ਇੱਛਾ ਨਾਂ ਦੀ ਕੋਈ ਚੀਜ਼ ਹੀ ਨਹੀਂ ਰਹੀ। ਜਦ ਇੰਨੀ ਗੱਲ ਹੋਈ ਸੀ ਤਾਂ ਮਹਾਂਪੁਰਖਾਂ ਨੇ ਕਿਹਾ ਸੀ, ਕਹਿੰਦੇ ਨਹੀਂ ਭਾਈ ਜਿਹੜੀ ਚੀਜ਼ ਤੈਨੂੰ ਮਿਲਣੀ ਸੀ ਸੋ ਮਿਲ ਗਈ ਆ। ਹੁਣ ਤੂੰ ਇਸ ਤਰ੍ਹਾਂ ਕਰ ਕੇ ਆਪਣੀ ਜਿਹੜੀ ਤਰਕੂਟੀ ਹੈਗੀ ਹੈ ਜਦ ਤੂੰ ਉਹਦਾ ਧਿਆਨ ਧਰੂੰਗਾ ਉਸ ਧਿਆਨ ਦੇ ਵਿੱਚ ਤੂੰ ਅਕਾਲ ਪੁਰਖ ਪਰਮੇਸ਼ਰ ਦੇ ਦਰਸ਼ਨ ਪਾਊਂਗਾ। ਅਤੇ ਜਦ ਸੰਪੂਰਨ ਦਾਸ ਜੀ ਜਿਹੜੇ ਸੀਗੇ ਉਹ ਆਪਣੀ ਤਰਕੂਟੀ ਦਾ ਧਿਆਨ ਧਰਦੇ ਸੀਗੇ ਉਹਦੇ ਵਿੱਚ ਧਿਆਨ ਟਿਕਾਉਂਦੇ ਸੀਗੇ ਅਤੇ ਪ੍ਰਕਾਸ਼ ਹੀ ਪ੍ਰਕਾਸ਼ ਨਜ਼ਰ ਆਉਂਦਾ ਸੀਗਾ। ਸੋ ਮਹਾਂਪੁਰਖਾਂ ਨੇ ਸੰਪੂਰਨ ਦਾਸ ਨੂੰ ਇਹ ਵੀ ਕਿਹਾ ਸੀਗਾ ਕਿ ਅਸੀਂ ਤੇਰੇ ਗੁਰੂ ਨਹੀਂ ਹਾਂ ਕਿਉਂਕਿ ਤੂੰ ਪਹਿਲਾ ਗੁਰੂ ਜਿਹੜਾ ਮੰਡਲੀ 'ਚ ਧਾਰਨ ਕਰ ਚੁੱਕਾ ਹੈ। ਅਗਰ ਕੋਈ ਵੀ ਤੈਨੂੰ ਪੁੱਛੇ ਤਾਂ ਤੁਸੀਂ ਸਾਡਾ ਨਾਂ ਨਹੀਂ ਲੈਣਾ ਹੈਗਾ, ਆਪਣੇ ਪਹਿਲੇ ਗੁਰੂ ਦਾ ਹੀ ਨਾਂ ਲੈਣਾ ਹੈਗਾ। ਉਸ ਤੋਂ ਬਾਅਦ ਫਿਰ ਮਹਾਂਪੁਰਖਾਂ ਸੰਪੂਰਨ ਦਾਸ ਨੂੰ ਕਿਹਾ ਸੀਗਾ, ਕਹਿੰਦੇ ਵੀ ਹੁਣ ਜਿਹੜੀ ਅਕਾਲ ਪੁਰਖ ਦੀ ਆਗਿਆ ਹੈ ਕਿ ਤੁਸੀਂ ਗੁਜਰਾਤ ਚਲੇ ਜਾਓ। ਗੁਜਰਾਤ ਦੇ ਵਿੱਚ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਇੱਕ ਅਸਥਾਨ ਹੈਗਾ, ਉਸ ਅਸਥਾਨ ਦੀ ਤੁਸੀਂ ਸੇਵਾ ਸੰਭਾਲ ਕਰੋ। ਫਿਰ ਜਦ ਇਹ ਬਚਨ ਬਾਬਾ ਮਹਾਰ ਨਾਮ ਸੁਣਾ ਨੇ ਸੰਪੂਰਨ ਦਾਸ ਜੀ ਹੁਣਾਂ ਦਿੱਤਾ ਸੀਗਾ ਫਿਰ ਇਹ ਸੰਪੂਰਨ ਦਾਸ ਜਿਹੜੇ ਸੀਗੇ ਇਹ ਗੁਜਰਾਤ ਚਲੇ ਗਏ। ਉਸ ਫਿਰ ਗੁਰਦੁਆਰੇ ਮੀਰੀ ਪੀਰੀ ਦੇ ਗੁਰਦੁਆਰੇ ਦੇ ਵਿੱਚ ਫਿਰ ਜਿਹੜੇ ਸੀ ਇਹਨਾਂ ਨੇ ਸੇਵਾ ਆਰੰਭ ਕਰ ਦਿੱਤੀ ਸੀ। ਇਸੇ ਤਰ੍ਹਾਂ ਕਹਿੰਦਾ ਭਾਈ ਅਤਰ ਸਿੰਘ ਜੀ ਹੋਏ ਆ। ਇਹ ਜਿਹੜੇ ਭਾਈ ਅਤਰ ਸਿੰਘ ਸੀ ਜਦੋਂ ਮਹਾਂਪੁਰਖ ਰੂਮੀ ਰਹਿੰਦੇ ਸੀ ਮਹਾਂਪੁਰਖਾਂ ਦੀ ਸੇਵਾ ਕਰਦੇ ਹੁੰਦੇ ਸੀ। ਅਤੇ ਭਾਈ ਅਤਰ ਸਿੰਘ ਹੁਣਾਂ ਦੇ ਜਿਹੜੇ ਇੱਕੋ ਇੱਕ ਲੜਕੇ ਸੀ ਜਿਹੜੇ ਮਹਾਂਪੁਰਖਾਂ ਦੀ ਕਿਰਪਾ ਸੀ ਸਦਕਾ ਹੋਏ ਸੀ, ਉਹਨਾਂ ਦਾ ਨਾਂ ਹੋਇਆ ਭਾਈ ਗੁਰਦਿੱਤ ਸਿੰਘ ਜੀ। ਫਿਰ ਭਾਈ ਗੁਰਦਿੱਤ ਸਿੰਘ ਹੁਣਾਂ ਦੇ ਜਿਹੜੇ ਹਨ 2 ਲੜਕੇ ਮਹਾਂਪੁਰਖਾਂ ਦੀ ਸੀਸ ਨਾਲ ਹੋਏ ਆ, ਜਿਨ੍ਹਾਂ ਦਾ ਇੱਕ ਵੱਡਾ ਨਾਂ ਸੀ ਬਾਬਾ ਜੀ ਨੇ ਵੱਡਾ ਝੰਡਾ ਰੱਖਿਆ ਸੀ, ਛੋਟੇ ਦਾ ਨਾਂ ਛੋਟਾ ਝੰਡਾ ਰੱਖਿਆ ਸੀਗਾ। ਅਤੇ ਇਹ ਜਿਹੜੇ ਲੜਕੇ ਜਵਾਨ ਹੋਏ ਆ ਇਹਨਾਂ ਦੋਨਾਂ ਦੀ ਸ਼ਾਦੀ ਜਿਹੜੀ ਆ ਭਾਈ ਗੁਰਦਿੱਤ ਸਿੰਘ ਹੁਣਾਂ ਨੇ ਕਰ ਦਿੱਤੀ। ਸ਼ਾਦੀ ਤੋਂ ਬਾਅਦ ਫਿਰ ਇਹ ਜਦੋਂ ਨਵ ਵਿਆਹ ਜੋੜਾ ਜਿਹੜਾ ਸੀਗਾ ਇਹ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਲੇ ਸਣੇ ਪਰਿਵਾਰ ਆਇਆ ਅਤੇ ਉਸ ਟਾਈਮ ਭਾਈ ਗੁਰਦਿੱਤ ਸਿੰਘ ਜਿਹੜੀ ਘਰ ਵਾਲੀ ਸ਼ਾਮ ਕੌਰ ਇਹ ਵੀ ਨਾਲ ਆਈ
ਤੇ ਜਿੱਥੇ ਨਾ ਮਹਾਂਪੁਰਖ ਸ਼ਰ੍ਹਾ ਕਰਾਉਂਦੇ ਹੁੰਦੇ ਸੀ, ਜਦੋਂ ਸਾਰਾ ਪਰਿਵਾਰ ਸ਼ਰ੍ਹਾ ਕਰਨ ਲੱਗਾ ਤੇ ਇਹਨਾਂ ਦੀ ਨੌਂ ਜਿਹੜੀ ਨਵੀਂ ਨਵੇਲੀ ਸੀਗੀ ਉਹ ਜਦ ਸ਼ਰ੍ਹਾ ਕਰਨ ਲੱਗੀ ਤੇ ਥੋੜ੍ਹੀ ਸ਼ਰਮਾ ਗਈ। ਜਦ ਸ਼ਰਮਾਈ ਆ ਤੇ ਵੱਡੇ ਜਿਹੜੇ ਝੰਡਾ ਸਿੰਘ ਸੀ ਉਹਨਾਂ ਦੀ ਮਾਤਾ ਸ਼ਾਮ ਕੌਰ ਨੇ ਨਾ ਉਹਦੇ ਇੱਕ ਥੱਪੜ ਕੱਢ ਮਾਰਿਆ। ਜਦ ਥੱਪੜ ਕੱਢ ਮਾਰਿਆ ਹੈਗਾ ਤੇ ਉਸ ਤੋਂ ਬਾਅਦ ਫਿਰ ਇਹ ਜਿਹੜੀ ਸਾਰਾ ਪਰਿਵਾਰ ਸੀ ਮਹਾਂਪੁਰਖਾਂ ਦੇ ਪਾਸ ਆ ਗਿਆ। ਹੁਣ ਮਹਾਂਪੁਰਖ ਜਿਹੜੇ ਆ ਆਪਣੇ ਉਸ ਕੋਠੜੇ 'ਚ ਬੈਠੇ ਆ ਤੇ ਜਦੋਂ ਉਹਨਾਂ ਨੇ ਮੱਥਾ ਟੇਕਿਆ ਤੇ ਬਾਬਾ ਜੀ ਨੇ ਫਿਰ ਜਿਹੜੀ ਸੀ ਸ਼ਾਮ ਕੌਰ ਨੂੰ ਇਹ ਗੱਲ ਆਖੀ, ਕਹਿੰਦੇ ਬਈ ਮੈਨੂੰ ਇਹ ਦੱਸ ਵੀ ਤੂੰ ਆਪਣੀ ਨੂੰਹ ਦੇ ਥੱਪੜ ਕਿਉਂ ਮਾਰਿਆ ਹੈ। ਜਦ ਇੰਨੀ ਗੱਲ ਹੋਈ ਆ ਤੇ ਫਿਰ ਉਹ ਜਿਹੜੀ ਸੀ ਸ਼ਾਮ ਕੌਰ ਸੀ ਚੁੱਪ ਕਰ ਗਈ ਤੇ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਅਗਰ ਕਿਸੇ ਨੂੰ ਸਮਝਾਉਣਾ ਹੈਗਾ ਤਾਂ ਪਿਆਰ ਦੇ ਨਾਲ ਵੀ ਸਮਝਾਇਆ ਜਾ ਸਕਦਾ ਸੀਗਾ। ਫਿਰ ਬਾਬਾ ਜੀ ਨੇ ਉਹਨੂੰ ਆਖਿਆ ਸੀਗਾ ਕਿ ਇਹ ਜਿਹੜੀ ਤੇਰੀ ਨੂੰਹ ਹੈਗੀ ਆ ਇਹ ਬਹੁਤ ਭਾਗਾਂ ਵਾਲੀ ਆ, ਸਮਾਂ ਆਊਗਾ ਇਹਦਾ ਪਰਿਵਾਰ ਬਹੁਤ ਵਧੇਗਾ ਫੁੱਲੇਗਾ। ਉਸ ਤੋਂ ਬਾਅਦ ਫਿਰ ਇਹ ਸਾਰਾ ਪਰਿਵਾਰ ਜਿਹੜਾ ਸੀਗਾ ਫਿਰ ਵਾਪਸ ਮੁੜ ਗਿਆ। ਮੁੜਨ ਤੋਂ ਬਾਅਦ ਵੱਡੇ ਭਾਈ ਝੰਡਾ ਸਿੰਘ ਤੇ ਛੋਟੇ ਭਾਈ ਝੰਡਾ ਸਿੰਘ ਦੇ ਜਿਹੜੇ ਪਿਤਾ ਭਾਈ ਗੁਰਦਿੱਤ ਸਿੰਘ ਸੀਗੇ ਇਹ ਬਿਮਾਰ ਹੋ ਗਏ। ਜਦ ਬਿਮਾਰ ਹੋ ਗਏ ਤੇ ਫਿਰ ਝੰਡਾ ਸਿੰਘ ਨੂੰ ਇਹਨਾਂ ਦੀ ਮਾਤਾ ਨੇ ਮਹਾਂਪੁਰਖਾਂ ਦੇ ਪਾਸ ਭੇਜਿਆ ਕਿ ਤੁਸੀਂ ਜਾ ਕੇ ਬਾਬਾ ਜੀ ਦੇ ਕੋਲ ਜਾ ਕੇ ਬੇਨਤੀ ਕਰੋ ਕਿ ਸਾਡੇ ਪਿਤਾ ਜੀ ਜਿਹੜੇ ਆ ਬਿਮਾਰ ਹੋ ਗਏ ਆ ਤੇ ਉਹਨਾਂ 'ਤੇ ਕਿਰਪਾ ਕਰ ਦਿਓ। ਪਰ ਇਹ ਜਿਹੜਾ ਝੰਡਾ ਸੀਗਾ ਇਹ ਮਹਾਂਪੁਰਖਾਂ ਦੇ ਪਾਸ 3-4 ਵਾਰ ਆਇਆ ਪਰ ਗੱਲ ਨਹੀਂ ਕਰ ਸਕਿਆ। ਪਰ ਜਦੋਂ ਭਾਈ ਗੁਰਦਿੱਤ ਸਿੰਘ ਜ਼ਿਆਦਾ ਬਿਮਾਰ ਹੋ ਗਏ ਫਿਰ ਇਹ ਝੰਡਾ ਸਿੰਘ ਜਿਹੜਾ ਸੀਗਾ ਫਿਰ ਆਇਆ, ਫਿਰ ਨੇ ਮਹਾਂਪੁਰਖਾਂ ਦੇ ਪਾਸ ਬੇਨਤੀ ਕੀਤੀ। ਜਦ ਬੇਨਤੀ ਕੀਤੀ ਤਾਂ ਮਹਾਂਪੁਰਖ ਕਹਿਣ ਲੱਗੇ, ਕਹਿੰਦੇ ਭਾਈ ਗੁਰਦਿੱਤ ਸਿੰਘ ਨੂੰ ਕੁਛ ਨਹੀਂ ਹੁੰਦਾ, ਹਾਂ ਜਿੱਦਣ ਤੇਰੀ ਲੜਕਾ ਭਚੰਗੀ ਹੋਊਗਾ ਨਾ ਉਸ ਦਿਨ ਹੀ ਤੇਰਾ ਪਿਤਾ ਗੁਰਦਿੱਤ ਸਿੰਘ ਬਿਲਕੁਲ ਠੀਕ ਹੋ ਜਾਊਗਾ। ਉਹੀ ਗੱਲ ਹੋਈ ਜਦੋਂ ਵੱਡੇ ਝੰਡੇ ਸਿੰਘ ਦੇ ਜਿਹੜਾ ਸੀ ਲੜਕਾ ਹੋਇਆ, ਗੁਰਦਿੱਤ ਸਿੰਘ ਬਿਲਕੁਲ ਠੀਕ ਹੋ ਗਿਆ। ਇਹ ਫਿਰ ਸਾਰਾ ਪਰਿਵਾਰ ਜਿਹੜਾ ਸੀਗਾ ਇਹ ਫਿਰ ਮਹਾਂਪੁਰਖਾਂ ਦੇ ਪਾਸ ਅਸੀਸ ਲੈਣ ਉਸ ਟਿੱਲੇ ਦੇ ਉੱਤੇ ਪਹੁੰਚਿਆ। ਜਦ ਪਹੁੰਚਿਆ ਇਹਨਾਂ ਨੇ ਸਾਰਿਆਂ ਨੇ ਜਿਹੜਾ ਸੀ ਜਦੋਂ ਮੱਥਾ ਟੇਕਿਆ ਤੇ ਨਾਲ ਸਾਰੇ ਪਰਿਵਾਰ ਨੇ ਇੱਕ ਮਿੱਠੇ ਚੌਲਾਂ ਦੀ ਜਿਹੜੀ ਖੀਰ ਸੀ ਉਹ ਵੀ ਬਣਾ ਕੇ ਲਿਆਂਦੀ। ਜਦ ਬਣਾ ਕੇ ਲਿਆਂਦੀ ਤੇ ਬਾਬਾ ਜੀ ਨੇ ਭਾਈ ਗੁਰਦਿੱਤ ਸਿੰਘ ਨੂੰ ਉਹਨਾਂ ਨੂੰ ਆਖਿਆ ਵੀ ਇਹ ਜਿਹੜਾ ਤੇਰਾ ਪੋਤਾ ਹੈ ਨਾ ਜੰਮਿਆ ਹੈਗਾ ਇਹ ਤੇਰਾ ਪਿਤਾ ਅਤਰ ਸਿੰਘ ਹੀ ਵਾਪਸ ਆਇਆ ਹੈਗਾ। ਜਦ ਇੰਨੀ ਗੱਲ ਹੋਈ ਸਾਰਾ ਪਰਿਵਾਰ ਬੜਾ ਹੈਰਾਨ ਹੋਇਆ। ਉਸ ਤੋਂ ਬਾਅਦ ਮਹਾਂਪੁਰਖ ਨੇ ਆਖਿਆ, ਕਹਿੰਦੇ ਭਾਈ ਤੁਸੀਂ ਸਾਡੀ ਬਹੁਤ ਸੇਵਾ ਕੀਤੀ ਆ, ਰੱਬ ਨੇ ਤੁਹਾਨੂੰ ਖੁਸ਼ੀ ਦਿੱਤੀ ਆ, ਇਸ ਕਰਕੇ ਮਹਾਂਪੁਰਖਾਂ ਨੇ ਆਪਣੇ ਕੋਲੋਂ 5 ਰੁਪਈਏ ਜਿਹੜੇ ਸੀਗੇ ਇਹ ਭਾਈ ਗੁਰਦਿੱਤ ਸਿੰਘ ਹੁਣਾਂ ਨੂੰ ਦਿੱਤੇ ਆ ਕਿ ਤੁਸੀਂ ਸੰਭਾਲ ਕੇ ਰੱਖਣਾ ਹੈ। ਪਰ ਅਗਲੀ ਵਾਰੀ ਜਦੋਂ ਫਿਰ ਇਹ ਪਰਿਵਾਰ ਜਿਹੜਾ ਸੀ ਆਇਆ ਸੀਗਾ ਫਿਰ ਇਹਨਾਂ ਦੇ ਲੜਕਾ ਹੋਇਆ, ਫਿਰ ਇਹ ਜਿਹੜੇ ਸੀਗੇ ਸਾਰਾ ਪਰਿਵਾਰ ਪ੍ਰਸ਼ਾਦ ਬਣਾ ਕੇ ਲੈ ਕੇ ਆਇਆ। ਜੋ ਦੂਸਰੇ ਵਾਰ ਲੜਕੇ ਵਾਲੀ ਪ੍ਰਸ਼ਾਦ ਬਣਾ ਕੇ ਲੈ ਕੇ ਆਇਆ ਸੀਗਾ ਫਿਰ ਮਹਾਂਪੁਰਖਾਂ ਜਾਣੀ ਇਹ ਆਖਿਆ ਸੀਗਾ, ਕਹਿੰਦੇ ਵੀ ਭਾਈ ਤੁਹਾਡੇ ਘਰ ਜਿਹੜੀ ਆ ਤੁਹਾਡੀ ਸੇਵਾ ਦੇ ਬਦਲੇ ਰੱਬ ਨੇ ਬੜੀ ਬਖਸ਼ਿਸ਼ ਕੀਤੀ ਆ, ਇਸ ਕਰਕੇ ਫਿਰ ਨਾ ਮਹਾਂਪੁਰਖਾਂ ਜਿਹੜੇ ਸੀ ਇਹਨਾਂ ਨੂੰ ਫਿਰ 2 ਰੁਪਈਏ ਦਿੱਤੇ। ਜਦ 2 ਰੁਪਈਏ ਦਿੱਤੇ ਆ ਤੇ ਫਿਰ ਨਾਲ ਇਹ ਨਾ ਵੱਡਾ ਝੰਡਾ ਸਿੰਘ ਨੂੰ ਇਹ ਆਖਿਆ ਕਿ ਜਿਹੜਾ ਤੇਰਾ ਛੋਟਾ ਲੜਕਾ ਹੋਇਆ ਹੈ ਨਾ ਇਹ ਤੇਰਾ ਚਾਚਾ ਪੋਲਾ ਹੀ ਆ, ਉਹਦਾ ਦੁਬਾਰਾ ਜਨਮ ਹੋਇਆ ਹੈਗਾ। ਉਹੀ ਗੱਲ ਹੋਈ ਜਦ ਲੜਕਾ ਥੋੜ੍ਹਾ ਵੱਡਾ ਹੋਇਆ, ਵਾਕਿਆ ਜੀ ਜਿਹੜਾ ਲੜਕਾ ਸੀ ਬੜੇ ਗਰਮ ਸੁਭਾਅ ਦਾ ਹੋਇਆ ਸੀ। ਫਿਰ ਮਹਾਂਪੁਰਖਾਂ ਨੇ ਇਹਨਾਂ ਨੂੰ 2 ਰੁਪਈਏ ਦਿੱਤੇ ਸੀਗੇ। ਜਦ 2 ਰੁਪਈਏ ਖਜ਼ਾਨਾ ਦਿੱਤਾ, ਕਹਿੰਦੇ ਸੰਭਾਲ ਕੇ ਰੱਖਣਾ। ਪਰ ਵੱਡੇ ਭਾਈ ਝੰਡਾ ਸਿੰਘ ਦੀ ਜਿਹੜੀ ਭੈਣ ਸੀ ਜਦ ਉਹ ਆਈ ਹੈ, ਜਦ ਉਹਨੂੰ ਪਤਾ ਲੱਗਾ ਉਹ ਫਿਰ ਆਪਣੇ ਪਿਤਾ ਭਾਈ ਗੁਰਦਿੱਤ ਸਿੰਘ ਤੋਂ 2 ਰੁਪਈਏ ਮੰਗ ਕੇ ਲੈ ਗਈ। ਜਦ ਮੰਗ ਕੇ ਲੈ ਗਈ ਪਰ ਭਾਈ ਗੁਰਦਿੱਤ ਸਿੰਘ ਦੇਣਾ ਨਹੀਂ ਸੀ ਚਾਹੁੰਦੇ, ਪਰ ਇਹਦੀ ਬੇਟੀ ਨੇ ਇਹ ਆਖਿਆ ਸੀਗਾ ਕਿ ਤੁਸੀਂ ਤਾਂ ਮਹਾਂਪੁਰਖਾਂ ਦੇ ਪਾਸ ਰਹਿੰਦੇ ਆ ਤਾਂ ਤੁਸੀਂ ਤਾਂ ਕਦੀ ਵੀ ਪੈਸੇ ਲੈ ਸਕਦੇ ਆ, ਮੈਂ ਦੂਰ ਰਹਿੰਦੀ ਇਸ ਕਰਕੇ ਤੁਸੀਂ ਮੈਨੂੰ ਦੇ ਦਿਓ। ਤੇ ਇਹਨਾਂ ਦੇ ਪਿਤਾ ਜੀ ਨੇ ਫਿਰ ਜਿਹੜੇ 2 ਰੁਪਈਏ ਮਹਾਂਪੁਰਖਾਂ ਨੇ ਦਿੱਤੇ ਸੀਗੇ ਆਪਣੀ ਬੇਟੀ ਦੇ ਹੱਥ ਦੇ ਦਿੱਤੇ ਤੇ ਉਹ ਆਪਣੇ ਸਹੁਰੇ ਘਰ ਲੈ ਗਈ। ਪਰ ਭਾਈ ਗੁਰਦਿੱਤ ਸਿੰਘ ਇਹ ਨਹੀਂ ਸੀ ਜਾਣਦੇ ਕਿ ਮਹਾਂਪੁਰਖਾਂ ਦੀਆਂ ਬਖਸ਼ਿਸ਼ਾਂ ਜਿਹੜੀਆਂ ਹਨ ਉਹ ਕਿਤੇ ਕਿਤੇ ਹੁੰਦੀਆਂ, ਰੋਜ਼ ਨਹੀਂ ਹੁੰਦੀਆਂ ਹੈ। ਇਸੇ ਤਰ੍ਹਾਂ ਹਨ ਇੱਕ ਭਾਈ ਘੁੱਕਰ ਸਿੰਘ ਜੀ ਹੋਇਆ। ਇਹ ਜਿਹੜੇ ਘੁੱਕਰ ਸਿੰਘ ਸੀ ਇਹਨਾਂ ਦੇ ਪਿਤਾ ਸੀ ਮੀਹਾਂ ਸਿੰਘ ਜੀ ਅਕਾਲੀ। ਇਹ ਕਦੇ ਕਦੇ ਹਨ ਮਹਾਂਪੁਰਖਾਂ ਦੀ ਸੇਵਾ ਕਰਿਆ ਕਰਦੇ ਸੀ। ਸੇਵਾ ਕਰਦੇ ਸੀ। ਇੱਕ ਵਾਰ ਇਹਨਾਂ ਦੇ ਘਰ ਇੱਕ ਗਾਂ ਜਿਹੜੀ ਤਾਜ਼ੀ ਸੂਈ ਸੀਗੀ ਉਹ ਦੁੱਧ ਬੜਾ ਦਿੰਦੀ ਸੀ, ਪਰ ਐਸੀ ਗੱਲ ਹੋਈ ਕਿ ਉਹਦਾ ਦੁੱਧ ਜਿਹੜਾ ਸੀਗਾ ਨਾ ਸਮਾਂ ਪਾ ਕੇ ਖਰਾਬ ਹੋਣ ਲੱਗ ਪਿਆ। ਜਦੋਂ ਇਹਨਾਂ ਦੇ ਪਰਿਵਾਰ ਨੇ ਉਸ ਗਾਂ ਦਾ ਦੁੱਧ ਗਰਮ ਕਰਨਾ ਤੇ ਉਹ ਦੁੱਧ ਜਿਹੜਾ ਸੀ ਫਟ ਜਾਂਦਾ ਸੀ ਤੇ ਕਿਸੇ ਕੰਮ ਦਾ ਨਹੀਂ ਸੀ ਰਹਿੰਦਾ। ਇਹ ਸੋਚ ਕੇ ਭਾਈ ਘੁੱਕਰ ਸਿੰਘ ਹੁਣਾਂ ਦੇ ਜਿਹੜੇ ਪਿਤਾ ਭਾਈ ਮੀਹਾਂ ਸਿੰਘ ਸੀਗੇ ਉਹਨਾਂ ਨੇ ਮਨ 'ਚ ਵਿਚਾਰ ਕੀਤੀ ਕਿ ਬਾਬਾ ਮਹਾਰ ਨਾਮ ਸੁਣੀ ਕੱਚਾ ਦੁੱਧ ਛਕਦੇ ਆ, ਚਲੋ ਆਪਾਂ ਦੁੱਧ ਗਰਮ ਕਰਦੇ ਹਾਂ, ਕਿਸੇ ਕੰਮ ਨਹੀਂ ਆਉਂਦਾ ਹੈਗਾ ਤੇ ਇਹ ਦੁੱਧ ਮਹਾਂਪੁਰਖਾਂ ਨੂੰ ਛਕਾ ਦਿਆ ਕਰਾਂਗੇ। ਇਸ ਕਰਕੇ ਸਾਰਾ ਪਰਿਵਾਰ ਜਿਹੜਾ ਸੀਗਾ ਇਹ ਕੱਚਾ ਦੁੱਧ ਜਦ ਗਾਂ ਦਾ ਚੋਂਦਾ ਸੀਗਾ ਇਹ ਟਿੱਬੇ ਦੇ ਉੱਤੇ ਹੈ ਨਾ ਮਹਾਂਪੁਰਖਾਂ ਦੇ ਪਾਸ ਲੈ ਜਾਂਦਾ ਸੀ, ਜਦ ਟਿੱਲੇ 'ਤੇ ਲੈ ਜਾਂਦਾ ਸੀਗਾ। ਤੇ ਇੱਕ ਦਿਨ ਹੈ ਨਾ ਮਹਾਂਪੁਰਖਾਂ ਨੇ ਫਿਰ ਇਹਨੂੰ ਪੁੱਛਿਆ, ਕਹਿੰਦੇ ਭਾਈ ਵੀ ਤੁਸੀਂ ਰੋਜ਼ 2 ਟਾਈਮ ਦੁੱਧ ਲੈ ਕੇ ਆਉਂਦੇ, ਕਾਰਨ ਕੀ ਆ? ਜਦ ਇੰਨੀ ਗੱਲ ਹੋਈ ਤਾਂ ਫਿਰ ਮੀਆਂ ਸਿੰਘ ਨੇ ਆਖਿਆ ਸੀਗਾ ਵੀ ਸਾਡੇ ਗਾਂ ਹੈਗੀ ਆ, ਦੁੱਧ ਬਹੁਤ ਹੈਗਾ, ਪਰ ਜਦੋਂ ਵੀ ਦੁੱਧ ਗਰਮ ਕਰੀ ਉਹ ਫਟ ਜਾਂਦਾ ਹੈ।
ਇੰਨੀ ਗੱਲ ਹੋਈ ਤੇ ਫਿਰ ਬਾਬਾ ਜੀ ਕਹਿਣ ਲੱਗੇ, ਕਹਿੰਦੇ ਕੱਲ੍ਹ ਜਦੋਂ ਤੁਸੀਂ ਹੈ ਨਾ ਸਾਡੇ ਪਾਸ ਦੁੱਧ ਲੈ ਕੇ ਆਉਂਗੇ, ਨਾਲ ਘਰੋਂ ਆਟੇ ਦਾ ਕੋਈ ਪੇੜਾ ਬਣਾ ਕੇ ਲੈ ਕੇ ਆਇਓ। ਦੇਖੋ ਇਹ ਪਰਿਵਾਰ ਜਦ ਘਰ ਗਿਆ, ਇਹਨਾਂ ਨੇ ਮਹਾਂਪੁਰਖਾਂ ਦੇ ਕਹੇ 'ਤੇ ਇੱਕ ਆਟੇ ਦਾ ਪੇੜਾ ਬਣਾਇਆ। ਆਟੇ ਦਾ ਪੇੜਾ ਬਣਾ ਕੇ ਹੈ ਨਾ ਇੱਥੇ ਟਿੱਲੇ ਉੱਤੇ ਲਾਏ, ਅਤੇ ਬਾਬਾ ਜੀ ਨੇ ਜਿਹੜਾ ਆਟੇ ਦਾ ਪੇੜਾ ਸੀ ਉਹ ਆਪਣੇ ਦੋਨਾਂ ਹੱਥਾਂ 'ਤੇ ਰੱਖ ਕੇ ਜਿਹੜਾ ਸੀਗਾ ਉਹਨੂੰ ਘੁਮਾ ਕੇ ਜਿਹੜੇ ਸੀ ਜਦ ਆਪਣੀ ਕੋਠੜੀ 'ਚੋਂ ਬਾਹਰ ਨਿਕਲੇ, ਇੱਕ ਦੋ ਜਗ੍ਹਾ ਉਹ ਪੇੜਾ ਜ਼ਮੀਨ 'ਤੇ ਰੱਖ ਦਿੱਤਾ। ਰੱਖ ਕੇ ਦੁਬਾਰਾ ਫਿਰ ਜਿਹੜਾ ਸੀਗਾ ਭਾਈ ਮੀਹਾਂ ਸਿੰਘ ਦੇ ਹੱਥ ਫੜਾ ਕੇ ਕਹਿਣ ਲੱਗੇ ਵੀ ਆਹ ਪੇੜਾ ਤੁਸੀਂ ਗਾਂ ਨੂੰ ਦੇ ਦਿਓ। ਜਦ ਇੰਨੀ ਗੱਲ ਹੋਈ ਤਾਂ ਭਾਈ ਮੀਹਾਂ ਸਿੰਘ ਨੇ 7 ਵਚਨ ਕਿਹਾ, ਅਤੇ ਉਹਨਾਂ ਨੇ ਕੀ ਕੀਤਾ, ਘਰ ਜਾ ਕੇ ਉਹ ਪੇੜਾ ਗਾਂ ਨੂੰ ਦੇ ਦਿੱਤਾ। ਉਸ ਤੋਂ ਬਾਅਦ ਜਦ ਗਾਂ ਚੋਈ ਆ ਅਤੇ ਉਹਦਾ ਦੁੱਧ ਜਿਹੜਾ ਸੀ ਗਰਮ ਹੋਣ ਦੇ ਨਾਲ ਕਦੇ ਨਹੀਂ ਫਟਿਆ। ਅੱਜ ਤੱਕ ਉਹ ਜਿਹੜੀ ਗਾਂ ਸੀਗੀ ਜਿੰਨਾ ਚਿਰ ਦੁੱਧ ਦਿੰਦੀ ਰਹੀ ਆ, ਬਿਲਕੁਲ ਉਹਦਾ ਦੁੱਧ ਸਹੀ ਸਲਾਮਤ ਰਿਹਾ ਸੀਗਾ। ਸੋ ਇਸੇ ਤਰ੍ਹਾਂ ਨਾ ਇੱਕ ਵਾਰ ਭੁੱਚੋ ਕਲਾਂ ਦੀ ਸੰਗਤ ਨੇ ਨਾ ਮਹਾਂਪੁਰਖਾਂ ਦੇ ਪਾਸ ਬੇਨਤੀ ਕੀਤੀ, ਕਹਿਣ ਲੱਗੇ ਕਿ ਮਹਾਂਪੁਰਖੋ ਤੁਸੀਂ ਜਦੋਂ ਵੀ ਕੋਈ ਸਧਾਰਨ ਪਾਠ ਰਖਾਉਂਦੇ ਆ, ਇਹ ਪਾਠ ਹੈ ਨਾ ਸੰਤ ਬਦਾਵਾ ਸਿੰਘ ਲਹਿਰੇ ਖਾਨੇ ਵਾਲਿਆਂ ਦੇ ਅਸਥਾਨ 'ਤੇ ਕਰਾਉਂਦੇ ਆ। ਕਿਉਂ ਨਾ ਹੋਵੇ ਵੀ ਆਪਾਂ ਵੀ ਇੱਕ ਅਸਥਾਨ ਬਣਾ ਲਈਏ, ਅਤੇ ਜਦੋਂ ਅਸਥਾਨ ਬਣਾਵਾਂਗੇ ਤਾਂ ਐਡੀ ਦੂਰ ਪਾਠ ਕਰਾਉਣ ਦੀ ਲੋੜ ਨਹੀਂ, ਆਪਾਂ ਇੱਥੇ ਹੀ ਹੈ ਨਾ ਸਧਾਰਨ ਪਾਠ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰ ਦਿਆ ਕਰਾਂਗੇ। ਇੰਨੀ ਗੱਲ ਹੋਈ ਅਤੇ ਫਿਰ ਬਾਬਾ ਜੀ ਨੇ ਆਖਿਆ ਸੀ, ਕਹਿੰਦੇ ਦੇਖੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਜ਼ਾਦਾ ਹੋਰ ਆ, ਸਾਡੀ ਹੋਰ ਆ, ਇਸ ਕਰਕੇ ਆਪਾਂ ਜਿਹੜਾ ਹੈਗਾ ਇਹ ਧੰਨ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਰੂਪ ਆ ਹਜੇ ਇੱਥੇ ਨਹੀਂ ਲਿਆ ਸਕਦੇ। ਪਰ ਹਾਂ ਅਸੀਂ ਤੁਹਾਨੂੰ ਇਹ ਬਚਨ ਦਿੰਦੇ ਹਾਂ ਕਿ ਜਲਦੀ ਹੀ ਇੱਕ ਮਹਾਂਪੁਰਖ ਹੋਣਗੇ ਅਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੀ ਮਰਜ਼ਾਦਾ ਪੂਰੇ ਸੰਸਾਰ ਨੂੰ ਸਿਖਾਉਣਗੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣਗੇ। ਅਤੇ ਇਹ ਜਿਹੜਾ ਇਸ਼ਾਰਾ ਸੀਗਾ ਬਾਬਾ ਮਾਹਰਨਾਮ ਸਿੰਘ ਜੀ ਦਾ, ਇਹ ਇਸ਼ਾਰਾ ਸੀ ਸੰਤ ਬਾਬਾ ਆਨੰਦ ਸਿੰਘ ਹੋਣੀ ਨਾਨਕਸਰ ਵਾਲਿਆਂ ਵੱਲ, ਕਿ ਜਦੋਂ ਉਹ ਆਪਣੇ ਜਿਹੜੇ ਸੀ ਪ੍ਰਚਾਰਕ ਸਮੇਂ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨਗੇ, ਪੂਰੇ ਸੰਸਾਰ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਸਿਖਾਉਣਗੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੜ ਲਾਉਣਗੇ। ਸੋ ਦਾਸ ਇੰਨੇ ਹੀ ਬਚਨ ਕਰਦਾ ਹੋਇਆ ਖਿਮਾ ਦਾ ਜਾਚਕ ਵਾ ਜੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।